चुनावी बिगुल बजने के बाद राजनीतिक अखाड़े में उतरे सभी दलों के पहलवान फास्टवे ऑफिस में पहुंचे। कई पार्टी के उम्मीदवार, कईयों ने अलापे बागी सुर तो कईयों ने अपनी पार्टी की मजबूती व दावेदारी पेश की। तो आइए देखते हैं कुछ अंश इस बातचीत के। साडे विच मौजूद ने योगेश ठाकुर जी, जो कि पहला 20 नंबर वार्ड जो पुराना वार्ड हुंदा सी उस दे विच बतौर कॉरपोरेटर इन्हां ने अपनी सेवावां दित्तियां ने और हुण इस वेले इन्हां नूं वार्ड नंबर 24 दे विच टिकट मिली है, जो कि कदे पुराना 27 नंबर वार्ड होया करदा सी। योगेश जी, तुहाडा स्वागत है साडे स्टूडियो दे। धन्यवाद, नमस्कार। योगेश जी, 20 नंबर वार्ड च तुसीं बहुत सेवावां दित्तियां ने, हुण इस वेले 24 नंबर वार्ड ਦੇ ਵਿੱਚ ਤੁਹਾਨੂੰ ਜਿਹੜੀ ਹੈ ਉਹ ਟਿਕਟ ਮਿਲੀ ਹੈ। ਕਿੰਨਾ ਕੁ ਮੁਸ਼ਕਿਲ ਲੱਗਦਾ ਹੈ ਇੱਕ ਨਵੇਂ ਵਾਰਡ ਦੇ ਵਿੱਚ ਜਾ ਕੇ, ਇੱਕ ਨਵੇਂ ਚਿਹਰਿਆਂ ਦੇ ਵਿੱਚ ਜਾ ਕੇ ਕੰਪੇਨ ਕਰਨਾ ਔਰ ਉੱਥੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿੱਤ ਦੀ ਦਾਅਵੇਦਾਰੀ ਹੈ, ਜਿੱਤ ਹਾਸਿਲ ਕਰਨਾ? ਨਹੀਂ, ਉਹ ਨਵਾਂ ਵਾਰਡ ਨਹੀਂ ਹੈ। ਜਿਹੜਾ 24 ਪਹਿਲੇ 27 ਸੀਗਾ, ਹੁਣ 24 ਬਣਿਆ। ਉਹਦੇ ਨਾਲ ਹੀ ਐਡਜੋਇਨਿੰਗ ਕਬੀਰ ਮੰਦਰ ਤੱਕ ਤੇ ਮੇਰਾ ਪਹਿਲੀ ਵਾਰਡ ਸੀਗਾ, ਨੈਸ਼ਨਲ ਟਾਇਰਾਂ ਤੱਕ ਐਡਜੋਇਨਿੰਗ। ਉਸ ਤੋਂ ਅੱਗੇ ਪਠਾਨਕੋਟ ਸ਼ਹਿਰ ਵੈਸੇ ਹੀ ਛੋਟਾ ਜਿਹਾ ਅਤੇ ਵਾਰਡ ਦੇ ਨਾਲ ਵਾਰਡ ਅਤੇ ਬੜਾ ਪਿਆਰ ਹੈ ਉੱਥੇ। ਸਾਰੇ ਭਰਾ ਉੱਥੇ ਰਹਿੰਦੇ, ਕਈ ਸਾਰੇ ਪਰਿਵਾਰ ਆਪਣੇ ਉੱਥੇ ਹੈ ਅਤੇ ਇੰਨਾ ਕੁ ਪਿਆਰ ਮਿਲ ਰਿਹਾ ਹੈ ਕਿ ਪੁੱਛੋ ਕੁਛ ਨਾ। ਮੈਨੂੰ ਤਾਂ ਕੋਈ ਨਵਾਂ ਨਹੀਂ ਲੱਗਦਾ ਜੀ। ਤੁਹਾਡੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਯੂ ਆਰ ਏ ਆਊਟਸਾਈਡਰ, ਨੰਬਰ 1। ਨੰਬਰ 2, ਇੱਕ ਜਾਤੀਵਾਦ ਦਾ ਮੁੱਦਾ ਤੁਹਾਡੇ ਵਾਰਡ ਦੇ ਵਿੱਚ ਬਹੁਤ ਚੁੱਕਿਆ ਜਾਂਦਾ ਹੈ ਕਿ ਇੱਥੇ ਰਾਜਪੂਤਾਂ ਦਾ ਵੋਟ ਨਹੀਂ ਹੈ ਐਂਡ ਤੁਸੀਂ ਜਿਹੜੇ ਹੋ ਰਾਜਪੂਤ ਹੋ। ਇਹਨਾਂ ਚੀਜ਼ਾਂ ਨਾਲ ਤੁਸੀਂ ਕਿਸ ਤਰ੍ਹਾਂ ਨਿਪਟਾਰਾ ਕਰੋਗੇ? ਪਹਿਲਾ ਤੁਹਾਡਾ ਸਵਾਲ ਕਿ ਉਹ ਕਹਿੰਦੇ ਆਊਟਸਾਈਡਰ ਹੈ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਕਬੀਰ ਮੰਦਰ ਤੱਕ ਮੇਰਾ ਪਹਿਲਾ ਹੀ ਵਾਰਡ ਸੀਗਾ। ਜਿਹੜਾ ਮੇਰੇ ਪਹਿਲਾ ਵਾਰਡ ਸੀਗਾ ਉਹ ਮਮੂਨ ਤੋਂ ਸ਼ੁਰੂ ਕਰਕੇ ਕਬੀਰ ਮੰਦਰ ਤੱਕ ਰਾਮ ਸ਼ਰਨਮ ਦਾ ਸਾਰਾ ਉਹਦੇ ਸਾਹਮਣੇ ਖੁਸ਼ੀ ਨਗਰ ਦਾ ਉਹ ਮੇਰਾ 7 ਕਿਲੋਮੀਟਰ ਦਾ ਸਰਕਲ ਸੀਗਾ, 7 ਕਿਲੋਮੀਟਰ ਦਾ ਏਰੀਆ ਸੀਗਾ। ਉੱਥੇ ਮੈਂ ਅੱਜ ਤੱਕ ਕਦੇ ਆਪਣੀ ਫਿਜ਼ੀਕਲ ਐਬਸੈਂਸ ਨਹੀਂ ਹੋਣ ਦਿੱਤੀ। ਰਾਤੀ ਮੈਨੂੰ ਕਿਸੇ ਨੇ 10 ਵਜੇ, 11 ਵਜੇ, 12 ਵਜੇ, 2 ਵਜੇ, 2:30 ਵਜੇ ਵੀ ਕਾਲ ਕੀਤੀ, ਕੋਈ ਸਟੈਂਪ ਲਗਾਉਣੀ, ਕੋਈ ਵੀ ਜ਼ਰੂਰਤ ਕਿਸੇ ਸਮੇਂ ਵੀ, ਅਤੇ ਮੈਂ ਹਾਜ਼ਰ ਰਿਹਾ। ਅਤੇ ਇਹ ਤਾਂ ਜਸਟ ਅੱਧਾ ਕਿਲੋਮੀਟਰ ਦੀ ਪੋਕਿਟ ਹੈਗੀ ਹੈ। ਅਤੇ ਨਾਲੇ ਜਿਹੜੇ ਬੰਦੇ ਕੋਈ ਇਲਜ਼ਾਮ ਲਗਾ ਰਹੇ ਹੈ ਉਹ ਤਾਂ 365 ਦਿਨਾਂ 'ਚ 300 ਦਿਨ 'ਤੇ ਧਰਮਸ਼ਾਲਾ ਹੀ ਰਹਿੰਦੇ ਹੈ, ਉੱਥੇ ਹੀ ਕਾਰੋਬਾਰ ਕਰਦੇ ਹੈ। ਜਿਹੜੇ ਪਿੱਛੇ ਜਿਹੜੇ ਪਾਰਸ਼ਦ ਦਾ ਇਲੈਕਸ਼ਨ ਹਾਰੇ ਸੀਗੇ ਅਤੇ ਸਾਡੇ ਵਿਸ਼ਵ ਜੀ ਜਿਹੜੇ ਜਿੱਤੇ ਸੀ, ਹੁਣ ਉਹੀ ਮੇਰੇ ਜਿਹੜੇ ਹਾਰਨ ਵਾਲੇ ਜਿਹੜੇ 709 ਵੋਟਾਂ ਨਾਲ ਪਿੱਛੇ ਹਾਰੇ ਸੀਗੇ, ਉਹੀ ਅੱਜ ਸਾਨੂੰ ਬਾਹਰ ਦਾ ਦਾਅਵਾ ਕਰਦੇ ਹੈ। ਜਾਤੀਵਾਦ ਦਾ ਜਿਹੜਾ ਗੱਲਾਂ ਕਰਦੇ ਹੈ, ਮੈਂ ਉਹਨਾਂ ਦਾ ਜਵਾਬ ਜਨਤਾ ਹੀ ਦੇ ਰਹੀ ਹੈ ਬੜੇ ਅੱਛੇ ਤਰੀਕੇ ਦੇ ਨਾਲ। ਮੈਂ ਜਾਤੀਵਾਦ 'ਚ ਵਿਸ਼ਵਾਸ ਹੀ ਨਹੀਂ ਕਰਦਾ। ਮੇਰਾ ਪਿਛਲਾ ਜਿਹੜਾ ਵਾਰਡ ਸੀਗਾ ਉਹਦੇ 'ਚ ਵੀ ਨੀਅਰ ਅਬਾਊਟ 35% ਜਿਹੜੇ ਹੈ ਉਹ ਰਿਜ਼ਰਵ ਕਲਾਸਿਸ ਸੀਗੀਆਂ, SCs BCs ਸਾਰੀਆਂ ਕਾਸਟਾਂ ਮੇਰੇ ਕੋਲ ਰਹਿੰਦੀਆਂ ਸੀ। ਬੜਾ ਪਿਆਰ ਪਰਿਵਾਰਿਕ ਜਿਹਾ ਅਸੀਂ ਉਹ ਰੱਖਿਆ। ਇਹ ਗੱਲਾਂ ਜਿਹੜੇ ਕੁਝ ਪ੍ਰੋਫੈਸ਼ਨਲ ਪੋਲੀਟੀਸ਼ੀਅਨਸ ਹੁੰਦੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਪਠਾਨਕੋਟ ਸ਼ਹਿਰ ਦੀ ਇੱਕ ਸ਼ਖਸੀਅਤ ਬੈਠੀ ਹੈ ਜਿੰਦਾ ਨਾਮ ਹੈ ਨਰਿੰਦਰ ਕਾਲਾ ਜੀ। ਔਰ ਨਰਿੰਦਰ ਕਾਲਾ ਜੀ ਦੇ ਬਾਰੇ 'ਚ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦਾ ਵਾਰਡ ਨੰਬਰ 15 ਸੀਗਾ, ਜੋ ਹੁਣ ਬਦਲ ਕਰਕੇ ਵਾਰਡ ਨੰਬਰ 16 ਕਰਤਾ ਗਿਆ ਹੈ। ਪਰ ਇੱਕ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੂੰ ਟਿਕਟ ਜਿਹੜੀ ਹੈ ਉਹ ਵਾਰਡ ਨੰਬਰ 17 ਦੇ ਵਿੱਚ ਮਿਲੀ ਹੈ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਔਰ ਜਾਣਦੇ ਹਾਂ ਕਿ ਕੀ ਕਹਿਣਾ ਹੈ ਇਹਨਾਂ ਦਾ। ਸਰ ਨਾਲ ਪਹਿਲਾਂ ਮੈਂ ਪਠਾਨਕੋਟ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ, ਆਪਣੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ 17 ਨੰਬਰ ਵਾਰਡ 'ਚੋਂ ਟਿਕਟ ਦਿੱਤੀ ਹੈ। ਮੈਂ ਵਾਰਡ ਨੰਬਰ 15 'ਚ ਇੰਨੇ ਕੁ ਕੰਮ ਕੀਤੇ ਹੈ ਕਿ ਹੁਣ ਮੈਨੂੰ ਟਿਕਟ 17 'ਚੋਂ ਮਿਲੀ ਹੈ। ਪਰ ਜਿਹੜਾ 15 ਨੰਬਰ ਵਾਰਡ ਹੈ, ਮੇਰੇ ਘਰ ਲੋਕੀ ਆ ਰਿਹਾ, ਤੁਸੀਂ ਸਾਡੇ ਵਾਰਡ 'ਚੋਂ ਆਓ, ਸਾਡੇ ਵਾਰਡ 'ਚੋਂ ਲੜੋ। ਇਸ ਤੋਂ ਵੱਡੀ ਹੋਰ ਹੈਰਾਨੀ ਦੀ ਕੀ ਗੱਲ ਹੋ ਸਕਦੀ ਹੈ? ਕੀ ਮੁੱਖ ਏਜੰਡੇਜ਼ ਨੇ? ਕਿਸ ਮੈਨੀਫੈਸਟੋ ਦੇ ਨਾਲ ਤੁਸੀਂ ਕੰਪੇਨ ਸ਼ੁਰੂ ਕਰੋਗੇ? ਕਨਵਿੰਸਿੰਗ ਤਰੀਕਾ ਕੀ ਹੋਏਗਾ ਤੁਹਾਡਾ? ਸਰ, ਮੈਨੂੰ ਜ਼ਿਆਦਾ ਦਿੱਕਤ ਨਹੀਂ ਹੈਗੀ ਕਿਉਂਕਿ ਮੈਂ ਵਾਰਡ ਨੰਬਰ 15 'ਚ ਕੰਮ ਕੀਤੇ ਆ, ਉਹਦੇ ਨਾਲ ਹੀ ਵਾਰਡ ਨੰਬਰ 17 ਲੱਗਦਾ ਹੈ। ਔਰ ਵਾਰਡ ਨੰਬਰ ਜਿਹੜਾ 17 ਉੱਥੇ ਦੇ ਲੋਕਾਂ ਨੇ ਦੇਖਿਆ, ਜਿਹੜੇ ਮੈਂ ਕੰਮ ਉੱਥੇ ਕੀਤੇ ਆ ਉਹਨਾਂ ਦੀ ਸਾਰੀ ਹਵਾ ਉੱਥੇ ਪਹਿਲਾਂ ਪਹੁੰਚ ਚੁੱਕੀ ਹੈ। ਔਰ ਇਸੇ ਕਰਕੇ ਉੱਥੋਂ ਦੀ ਜਨਤਾ ਜਨਾਰਦਨ ਮਿਲ ਕੇ ਆਈ ਵੀ ਤੁਸੀਂ ਇਸ ਵਾਰ ਸਾਡੇ ਵਾਰਡ 'ਚ ਇਲੈਕਸ਼ਨ ਲੜੋ, ਜਿੱਦਾਂ ਤੁਸੀਂ ਉੱਧਰ ਕੰਮ ਕੀਤੇ ਆ ਉੱਦਾਂ ਤੁਸੀਂ ਸਾਡੇ ਵਾਰਡ 'ਚ ਆਣ ਕੇ ਕੰਮ ਕਰੋ। ਕਿਉਂਕਿ ਸਾਡੇ ਵਾਰਡ ਵਿੱਚ ਇੱਕ ਨਾਲਾ ਪੈਂਦਾ ਜਿਹੜੀ ਸਾਰਿਆਂ ਨਾਲੋਂ ਵੱਡੀ ਲੋਕਾਂ ਦੀ ਸਮੱਸਿਆ ਹੈ। ਮੈਂ ਜਦੋਂ ਵਾਰਡ ਨੰਬਰ 15 ਦਾ MC ਬਣਿਆ, ਮੈਂ ਸਾਰਿਆਂ ਨਾਲ ਪਹਿਲਾਂ ਕੀ ਕੀਤਾ ਕਿ ਆਪਣੀ ਜੇਬ 'ਚ ਪੈਸੇ ਖਰਚ ਕਰਕੇ ਉੱਥੋਂ ਦਾ ਮੈਂ ਸਾਰਾ ਨਾਲਾ ਸਾਫ਼ ਕਰਵਾਇਆ ਸੀਗਾ। ਤਾਂ ਆਓ ਕਰਦੇ ਹਾਂ ਗੱਲਬਾਤ ਰਾਜ ਡੋਗਰਾ ਜੀ ਦੇ ਨਾਲ। ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਨਮਸਤੇ ਜੀ, ਨਮਸਕਾਰ। ਮੈਮ, ਸਾਨੂੰ ਇਹ ਦੱਸਣਾ ਕਰੋ ਕਿ ਅਸੀਂ ਜਿੱਥੋਂ ਤੱਕ ਜਾਣਦੇ ਹਾਂ, ਸਾਡੇ ਦਰਸ਼ਕ ਜਾਣਦੇ ਹੈ ਜਾਂ ਪੂਰਾ ਤੁਹਾਡਾ ਜਿਹੜਾ ਇਹ ਵਾਰਡ ਨੰਬਰ 35 ਜਾਂ ਸ਼ਹਿਰ ਦੇ ਕਈ ਲੋਕ ਜਾਣਦੇ ਨੇ ਵੀ ਤੁਹਾਡਾ ਪੂਰਾ ਪਿਛੋਕੜ ਜਿਹੜਾ ਹੈ ਇਹ ਕਾਂਗਰਸ ਦੇ ਨਾਲ ਜੁੜਿਆ ਹੋਇਆ ਸੀਗਾ। ਤੁਸੀਂ ਕਾਂਗਰਸ ਦੇ ਲਈ ਬਹੁਤ ਜਦੋਜਹਿਦ ਕੀਤੀ ਹੈ।
ਅੱਜ ਅਚਾਨਕ ਤੁਸੀਂ ਆਜ਼ਾਦ ਉਮੀਦਵਾਰ ਇਲੈਕਸ਼ਨ ਲੜ ਰਹੇ ਹੋ, ਕਿਉਂ? ਇਹ ਸਾਰੇ ਤੇ ਹੁਣ ਪਾਰਟੀ ਦੇਖੇ ਕਿ ਮੈਨੂੰ ਆਜ਼ਾਦ ਆਉਣ ਦੇ ਉੱਤੇ ਕਿਉਂ ਮਜਬੂਰ ਹੋਣਾ ਪਿਆ। ਉਹਦਾ ਕਾਰਨ ਇਹ ਹੈ ਕਿ ਮੈਂ ਅੱਜ ਤੋਂ 6-7 ਮਹੀਨੇ ਪਹਿਲੇ ਮੇਰੇ ਵਾਰਡ ਦੇ ਲੋਕਾਂ ਨੇ ਕਿਹਾ ਸੀ ਕਿ ਇਲੈਕਸ਼ਨ ਆਉਣ ਵਾਲੇ ਆ ਤੇ ਇਸ ਵਾਰੀ ਆਂਟੀ ਜੀ ਤੁਸੀਂ ਕਿਸੇ ਪਾਸੇ ਵੋਟ ਮੰਗਣ ਨਾ ਆਇਓ, ਅਸੀਂ ਚਾਹੁੰਦੇ ਹਾਂ ਕਿ ਇਸ ਵਾਰੀ ਤੁਸੀਂ ਆਓ, ਅਸੀਂ ਤੁਹਾਨੂੰ ਚਾਹੁੰਦੇ ਹਾਂ ਔਰ ਤੁਸੀਂ ਆਉਣਾ, ਸਾਡੇ ਕਹਿਣ ਤੇ ਤੁਸੀਂ ਆਉਣਾ। ਕਾਂਗਰਸ ਦੇ ਇਸ ਰਵੱਈਏ ਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਕਾਂਗਰਸ ਇਸ ਤਰ੍ਹਾਂ ਦਾ ਰਵੱਈਆ ਕਿਉਂ ਅਪਣਾ ਰਹੀ ਹੈ? ਮੈਂ ਤੇ ਜਿਸ ਟਾਈਮ ਮੈਂ ਕਾਂਗਰਸ 'ਚ ਪੈਰ ਰੱਖਿਆ ਸੀ ਨਾ, ਜਦੋਂ ਮੈਂ ਓਪਨਲੀ ਆਈ ਹਾਂ ਕਾਂਗਰਸ ਦੇ ਵਿੱਚ ਵਰਕ ਕਰਨ ਵਾਸਤੇ 36 ਸਾਲ ਪਹਿਲੇ, ਉਹ ਵਾਲੀ ਕਾਂਗਰਸ ਨਹੀਂ ਸੀ ਜੋ ਹੁਣ ਕਾਂਗਰਸ ਹੈ। ਹੋ ਸਕਦਾ ਮੈਂ ਆਪਣੇ ਆਪ ਨੂੰ ਮੈਂ ਉੱਥੇ ਪਹੁੰਚਾ ਵੀ ਨਹੀਂ ਪਾ ਰਹੀ ਸੀ। ਕਈ ਵਾਰੀ ਮੈਨੂੰ ਆਪਣੇ ਮਨ 'ਚ ਬੜੀ ਗਲਾਨੀ ਆਉਂਦੀ ਸੀ ਕਿ ਦੇਖੋ ਅਸੀਂ ਠੀਕ ਠਾਕ ਘਰਾਂ ਤੋਂ ਆ ਕੇ ਸਾਨੂੰ ਕੋਈ ਜ਼ਿਆਦਾ ਲੱਗਦਾ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ ਕੁਝ। ਉਸ ਵੇਲੇ ਥੋੜਾ ਮਾਨਸਿਕ ਨਾ ਪਰੇਸ਼ਾਨੀ ਹੁੰਦੀ ਸੀ, ਦੁੱਖ ਲੱਗਦਾ ਸੀ ਮਨ ਨੂੰ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ। जबकि कि वर्कर का जोड़ा है बहुत ज़्यादा मान होना चाहिए। वर्कर निस्वार्थ सेवा करता है। यहाँ पर अगर बात करें तो संतोष बिट्टू अग्रवाल जी के ऑपोजिट अगर भारतीय जनता पार्टी की तरफ से बात करें तो राशि वासुदेवा जी, जो कि अनिल वासुदेवा जी, जो कि भारतीय जनता पार्टी के पूर्व पार्षद भी रह चुके हैं और मेयर भी रह चुके हैं, उनकी धर्मपत्नी है। मुकाबला कड़ा है और इस कड़े मुकाबले को ये किस तरह से आसानी से लेते हैं, आइए इनसे बात करते हैं। पहली बात तो ये मुझे चुनौती नहीं लग रही, मुझे बहुत कंफर्टेबल लग रहा है, क्योंकि आप बात कर रहे हैं कि ये वार्ड बीजेपी का है, तो मुझे क्या लेना उस बात से। मुझे कुछ नहीं, मुझे एक बात है, मैं गीता जी को मानती हूँ, गुरुदेव को मानती हूँ, और उसमें है कि है अधिकार तेरा कर्म करना ही। मैं अपना कर्म करूँगी जो मेरे अधिकार में है। बाकी बात रही पॉलिटिशियंस की, तो मैं जिसके पद चिन्हों पे, जिसके आसरे पे चलती हूँ, वो है भगवान श्री कृष्ण। और उनसे बड़ा इस विश्व में क्या, कहीं भी कोई बड़ा पॉलिटिशियन नहीं है। वो जिसकी ओर हो गए उसकी जीत निश्चित है। कि इस अंदाज से और जो आपके आध्यात्मिकता की ये जो वाणी है आपके मुखारबिन से, ये जो फूल के जो झड़ते हैं ना, आधे वोटर्स तो हैं वो इन्हीं के पीछे ही आपके पीछे चल पड़ेंगे। मैं ये मेरा एक मानना है। आप कह रहे हैं ना कि मैं नहीं हूँ, तो मुझे पुराने जो बीत चुके हैं एमसी हमारे जो रह चुके हैं, और आपने कहा बीजेपी वार्ड, वो बीजेपी से ही थे, उनका कार्य क्षमता मुझे सामने नज़र आई कि लोग परेशान हैं कि किसी ने कुछ नहीं किया। और सबसे बड़ी कंप्लेंट मिली कि वोट मांगने हाथ जोड़ के सभी आते हैं, उसके बाद हमें कोई नहीं पूछता। अब ये सारी बातें, इन सब बातों को बदल देना है। अब वोट अब की बार मांगना है, अगली बार लोग अपने आप सपोर्ट देंगे। कांग्रेस पार्टी की अगर बात करें तो शहर में क्या कांग्रेस पार्टी अपनी कॉरपोरेशन बना पाएगी? 100% बना पाएगी जी, क्यों नहीं बनेगी, 100% बनेगी। उन्होंने मुझ पे विश्वास रखा, इसके लिए मैं उनको ये विश्वास दिलाती हूँ कि इतना अच्छा उभर के आएगा मेरा वार्ड, मेरा परिवार, कि उनको भी बहुत अच्छा लगेगा। और 100% कांग्रेस की आएगी, मेजॉरिटी आएगी, क्योंकि यहाँ के एमएलए अच्छे काम कर रहे हैं, पढ़े लिखे, सुलझे हुए, सॉफ्ट स्पोकन है, वो अच्छे से सबको मिल रहे हैं। मुझे नहीं लगता किसी को ऐसी कोई खास कंप्लेंट है उनके अगेंस्ट, और होगी भी तो हम मिलके उनको दूर करेंगे। हाँ, वार्ड नंबर 37 ਦੇ ਵਿੱਚ ਸੁਰੇਸ਼ ਕੁਮਾਰ ਸ਼ਰਮਾ ਜੀ ਦੀ ਧਰਮ ਪਤਨੀ ਜੋ ਨੇ ਕਿਰਨ ਸ਼ਰਮਾ ਜੀ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਟਿਕਟ ਮਿਲੀ ਹੈ। ਮੈਂ ਸਵਾਲ ਇਹ ਕਰਨਾ ਚਾਹਾਂਗਾ ਕਿ ਜੇਕਰ ਟਿਕਟ ਤੁਹਾਨੂੰ ਮਿਲਦੀ ਤਾਂ ਸ਼ਾਇਦ ਰੁਖ ਕੁਛ ਹੋਰ ਹੁੰਦਾ। ਹੁਣ ਇਸ ਵੇਲੇ ਤੁਹਾਡੀ ਧਰਮ ਪਤਨੀ ਨੂੰ ਮਿਲੀ ਇਹ ਟਿਕਟ, ਕਿੰਨਾ ਚੁਣੌਤੀਪੂਰਨ ਹੋਏਗਾ ਤੁਹਾਡੇ ਲਈ? देखो जी, चुनौतीपूर्वक काम तो उन लोगों के लिए होगा जो पिछला इलेक्शन लड़के 5 साल पूरा इलाके से गायब रहे हैं। मैं तो 5 साल ही इलाके के बीच रहा हूँ, इलाका पूरा मेरा परिवार है, मैं तो परिवार से एक दिन भी दूर नहीं रहा। मेरे लिए कोई चुनौतीपूर्वक काम नहीं है। लेडीज़ वार्ड किया उन्होंने, तो लेडीज़ ही खड़ी होगी। लोगों को मालूम है कि काम तो पिंटू को ही बोलेंगे, वो मैं करूंगा, जैसे पहले करता था वैसे ही काम करूंगा, एक भी पॉइंट पे कम नहीं आऊंगा मैं काम। सुरेश जी, मैं आपसे जानना चाहूंगा कि इस वक्त भारतीय जनता पार्टी की क्या स्थिति है शहर में, क्या कॉरपोरेशन बना पाएगी? ये 100% भारतीय जनता पार्टी की कॉरपोरेशन बनेगी। 35 से ऊपर सीटें भाजपा जीतेगी और अच्छे वोटों से जीतेगी, और कॉरपोरेशन फिर दोबारा पूर्ण रूप से बीजेपी की बनेगी, ये हमारा विश्वास है। आज जो कॉरपोरेशन पठानकोट में कॉरपोरेशन काम करवा रही है, ये सारा पैसा टोटल बीजेपी कॉरपोरेशन के द्वारा लाया हुआ है। कोई भी पठानकोट को, मैं पूरे पठानकोट को आपके मीडिया के थ्रू बता रहा हूँ, आरटीआई डाल के देखो, सिर्फ 10 रुपये आरटीआई लगती है। आरटीआई डाल के देखो कि पठानकोट कॉरपोरेशन में विधायक अमित बेचन ने कितने पैसे ला के दिए हैं, खुद आपको पता चल जाएगा। अगर 10 रुपये भी लाए होंगे तो आप बताओ
कितनी वोटों से आपकी जीत होगी आपके वार्ड नंबर 37 में? ईश्वर ने कृपा की तो पठानकोट में 1 नंबर पे जीत के आएंगे हम। हमारे साथ इस वक्त स्टूडियो में मौजूद हैं विभूति शर्मा जी, जो कि इम्प्रूवमेंट ट्रस्ट के चेयरमैन भी हैं, और मैं बताना चाहूँगा कि वार्ड नंबर 21 से कांग्रेस की तरफ से इनकी धर्मपत्नी, जी हाँ, कोमल शर्मा को टिकट दी गई है, जो कि वार्ड नंबर 21 से कांग्रेस की तरफ से चुनाव लड़ेंगी। और मैं विभूति शर्मा जी के बारे में बताना चाहूँगा कि ये सन 1992 से लगातार जो है ये चुनाव जीतते आ रहे हैं, और लगातार 5 बार जो है इन्होंने अपनी वार्ड की सेवा जो है वो लगातार 5 बार जीत करके की है। देखिए, मेरी धर्मपत्नी पिछली बार भी काउंसलर थी, तो पिछली बार हमने 2 काउंसलर थे हमारे घर में, एक मैं और एक मेरी वाइफ, तो उनको भी कहने की ज़रूरत नहीं, क्योंकि वो भी अपने इलाके में जाना पहचाना चेहरा हैं, तो इसमें तो कोई प्रॉब्लम नहीं है। सिर्फ मैं एज ए चेयरमैन मुझे पार्टी हाईकमान ने कहा कि आप इलेक्शन नहीं लड़ सकते क्योंकि आप चेयरमैन हो, तो मैंने अपनी फिर धर्मपत्नी को मैदान में उतारा है। और मेरा तो हर घर के साथ एक पारिवारिक रिश्ता है, तो मैं तो मुझे ये कहने की ज़रूरत नहीं है कि मैं ये काम करवाऊंगा या वो काम करवाऊंगा। लोगों को मेरी कैपेसिटी का पता है कि मैं काम करवाने वाला हूँ, और मेरे ख्याल में कभी मैं ये किसी छोड़ता ही नहीं हूँ किसी पर कि कोई मुझे ये कहेगा यार ये नाली ब्लॉक है या सीवरेज ब्लॉक है या लाइट नहीं है। ये मैं खुद जा कर के वार्ड में देखता हूँ, और यहाँ भी कोई कमी हो मैं अपने आप उसको दूर करता हूँ। ये कहने की नौबत ही नहीं आती कि हमारा ये काम रह गया है या वो गली रह गई है, इसलिए मुझे ऐसी कोई परेशानी नहीं आएगी।